हर साल ਆਸਟ੍ਰੇਲੀਆ ਦੇ ਵਿੱਚ ANZAC ਡੇ ਮਨਾਇਆ ਜਾਂਦਾ ਹੈ। ਕੀ ਹੈ ਇਹ ANZAC ਡੇ? ਕਿਉਂ ਇਸ ਦਿਨ ਲੋਕ ANZAC ਬਿਸਕਿਟਸ ਬਣਾਉਂਦੇ ਨੇ? ਕੀ ਕਾਰਨ ਹੈ ਕਿ ਰੈੱਡ ਪੋਪੀ ਫਲਾਵਰ ਤੇ ਰੋਜ਼ਮੈਰੀ ਫਲਾਵਰ ਨੂੰ ਜ਼ਮੀਨ ਦੇ ਉੱਤੇ ਰੱਖਿਆ ਜਾਂਦਾ ਹੈ? ਕੀ ਕਾਰਨ ਹੈ ਕਿ ਲੋਕ ਸੂਰਜ ਉੱਗਣ ਤੋਂ ਪਹਿਲਾਂ ਹੀ ਸੜਕਾਂ ਦੇ ਉੱਤੇ ਇਕੱਠੇ ਹੋ ਜਾਂਦੇ ਨੇ? ਇੱਦਾਂ ਦੇ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਇਸ ਵੀਡੀਓ ਦੇ ਵਿੱਚ ਦੱਸੇ ਜਾਣਗੇ। ਮੈਂ ਹਾਂ ਲਵੀ ਖੱਤਰੀ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ TV। 1914 ਦੇ ਵਿੱਚ ਪਹਿਲਾ ਵਿਸ਼ਵ ਯੁੱਧ ਛਿੜਿਆ। ਪਹਿਲੇ ਵਿਸ਼ਵ ਯੁੱਧ ਦੇ ਵਿੱਚ ਇੰਗਲੈਂਡ ਹਾਰਨ ਦੀ ਕਗਾਰ 'ਤੇ ਸੀ ਤੇ ਉਹਨਾਂ ਨੂੰ ਬਹੁਤ ਸਾਰੀ ਮੈਨ ਪਾਵਰ ਦੀ ਜ਼ਰੂਰਤ ਸੀ ਤੇ ਇੰਗਲੈਂਡ ਲਈ ਉਸ ਵਕਤ ਮੈਨ ਪਾਵਰ ਦਾ ਇੱਕੋ ਇੱਕ ਸੋਰਸ ਸੀ ਜਿੱਥੇ ਉਹਨਾਂ ਨੇ ਕਲੋਨੀਆਂ ਆਪਣੀਆਂ ਬਣਾਈਆਂ ਹੋਈਆਂ ਸੀ, ਚਾਹੇ ਉਹ ਇੰਡੀਆ, ਚਾਹੇ ਸਾਊਥ ਅਫਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ। ਹੁਣ ਉਸ ਵਕਤ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਵਿੱਚੋਂ ਜਿਹੜੇ ਫੌਜੀ ਇਕੱਠੇ ਹੋ ਕੇ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਗਏ ਉਹਨਾਂ ਫੌਜੀਆਂ ਨੂੰ ਬੋਲਿਆ ਜਾਂਦਾ ਆ ANZAC, ਆਸਟ੍ਰੇਲੀਆ ਨਿਊਜ਼ੀਲੈਂਡ ਆਰਮੀ ਕਾਰਪਸ। 25 ਅਪ੍ਰੈਲ 1915 ਨੂੰ ਇਹਨਾਂ ਫੌਜੀਆਂ ਨੇ ਆਪਣਾ ਸਫ਼ਰ ਸ਼ੁਰੂ ਕੀਤਾ ਗੋਲਪੁਲੀ ਪੈਨਸੂਲਾ ਟਰਕੀ ਦੇ ਲਈ, ਤਾਂ ਕਿ ਇਹ ਟਰਕੀ ਦੀ ਰਾਜਧਾਨੀ ਇਸਤਾਨਬੁਲ ਦੇ ਉੱਤੇ ਕਬਜ਼ਾ ਕਰ ਸਕਣ। ਜਦੋਂ ANZAC ਆਰਮੀ ਗੋਲਪੁਲੀ ਦੇ ਇਲਾਕੇ ਵਿੱਚ ਪਹੁੰਚੀ ਤਾਂ ਉੱਥੇ ਬਹੁਤ ਭਿਆਨਕ ਯੁੱਧ ਛਿੜਿਆ ਹੋਇਆ ਸੀਗਾ। ਉਸ ਲੜਾਈ ਦੇ ਵਿੱਚ ਉਹ ਜਦੋਂ ਕੁੱਦੇ ਤਾਂ ਉਹਨਾਂ ਨੂੰ ਲੱਗਿਆ ਕਿ ਇਹ ਲੜਾਈ 2 ਜਾਂ 4 ਹਫ਼ਤਿਆਂ ਦੇ ਵਿੱਚ ਖਤਮ ਹੋ ਜਾਏਗੀ, ਪਰ ਇਹ ਲੜਾਈ 2 ਜਾਂ 4 ਹਫ਼ਤੇ ਨਹੀਂ 8 ਮਹੀਨੇ ਲਗਾਤਾਰ ਚੱਲੀ ਤੇ ਇਹਨਾਂ ਨੂੰ 8 ਮਹੀਨੇ ਬਾਅਦ ਗੋਲਪੁਲੀ ਦੇ ਇਲਾਕੇ ਦੇ ਵਿੱਚੋਂ ਜਦੋਂ ਕੱਢਿਆ ਗਿਆ ਤਾਂ ਉਸ ਵਕਤ ਅਹਿਸਾਸ ਹੁੰਦਾ ਹੈ ਕਿ ਉਹਨਾਂ ਨੇ 10,000 ਤੋਂ ਵੱਧ ਫੌਜੀ ਉਸ ਜੰਗ ਦੇ ਵਿੱਚ ਖੋ ਦਿੱਤਾ। 10,000 ਫੌਜੀ ਉਸ ਜੰਗ ਦੇ ਵਿੱਚ ਸ਼ਹੀਦ ਹੋਇਆ ਤੇ ਬਹੁਤ ਸਾਰੇ ਬਹੁਤ ਭਿਆਨਕ ਹੀ ਹਾਲਾਤ ਦੇ ਵਿੱਚ ਜ਼ਖਮੀ ਹੋਏ ਸਨ। ANZAC ਆਰਮੀ ਦੇ ਵਾਪਸ ਆਉਣ ਤੋਂ ਬਾਅਦ 25 ਅਪ੍ਰੈਲ 1916 ਨੂੰ ਉਹਨਾਂ ਸਾਰੇ ਫੌਜੀਆਂ ਦੀ ਯਾਦ ਦੇ ਵਿੱਚ ਇੱਕ ਸ਼ਰਧਾਂਜਲੀ ਸਮਾਰੋਹ ਕਰਾਇਆ ਜਾਂਦਾ ਹੈ, ਜਿਸ ਦੇ ਵਿੱਚ ਉਹਨਾਂ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਗੋਲਪੁਲੀ ਦੇ ਇਲਾਕੇ ਦੇ ਵਿੱਚ ਸ਼ਹਾਦਤ ਪਾਈ। ਉਸ ਤੋਂ ਬਾਅਦ ਅੱਜ ਤੱਕ ANZAC ਡੇ ਮਨਾਇਆ ਜਾਂਦਾ ਹੈ ਤੇ ਉਸ ਦਿਨ ਹੀ ਫੌਜੀਆਂ ਨੂੰ ਜਿਨ੍ਹਾਂ ਨੇ ਆਪਣੀਆਂ ਸ਼ਹੀਦੀਆਂ ਪਾਈਆਂ ਨੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ। ਇਸ ਦਿਨ ਬਹੁਤ ਸਾਰੇ ਚਿੰਨ੍ਹਾਂ ਤੇ ਪ੍ਰਤੀਕਾਂ ਦਾ ਸਹਾਰਾ ਲਿਆ ਜਾਂਦਾ ਹੈ। ਕੀ ਨੇ ਉਹ ਚਿੰਨ੍ਹ ਤੇ ਪ੍ਰਤੀਕ? ਆਓ ਉਹਨਾਂ ਬਾਰੇ ਗੱਲ ਕਰਦੇ ਹਾਂ। ANZAC ਬਿਸਕਿਟਸ ਕੀ ਨੇ? ਇਹ ANZAC ਬਿਸਕਿਟਸ ਕੁਝ ਲੋਕ ਇਹਨਾਂ ਨੂੰ ਘਰੇ ਵੀ ਬਣਾਉਂਦੇ ਨੇ, ਪਰ ਜੇ ਸੁਪਰਮਾਰਕੀਟਸ ਦੇ ਵਿੱਚ ਜਾਓ ਤਾਂ ਇਹ ਬੇਕਰੀ ਦੇ ਅੱਗੇ ਵੀ ਪਏ ਹੁੰਦੇ ਨੇ। ANZAC ਬਿਸਕਿਟਸ ਦੇ ਵਿੱਚ ਥੋੜ੍ਹਾ ਜਿਹਾ ਘਿਓ ਵੀ ਜ਼ਿਆਦਾ ਹੁੰਦਾ ਤੇ ਸ਼ੂਗਰ ਵੀ ਥੋੜ੍ਹੀ ਜਿਹੀ ਜ਼ਿਆਦਾ ਹੁੰਦੀ ਹੈ। ਇਸ ਦਾ ਕਾਰਨ ਇਹ ਹੈ ਕਿਉਂਕਿ ਇਸ ਦੀ ਰੈਸਪੀ ਇਤਿਹਾਸ ਨਾਲ ਜੁੜੀ ਹੋਈ ਹੈ। ANZAC ਬਿਸਕਿਟਸ ਦੀ ਸ਼ੁਰੂਆਤ ਜੋ ਹੋਈ ਸੀ ਉਹ ਫਸਟ ਵਰਲਡ ਵਾਰ ਦੇ ਵਿੱਚ ਹੋਈ ਸੀਗੀ। ਜਦੋਂ ਫੌਜੀ ਜੰਗਲਾਂ ਦੇ ਵਿੱਚ ਜਾ ਰਹੇ ਸੀ ਉਸ ਵਕਤ ਨਾ ਤਾਂ ਉੱਥੇ ਫਰਿੱਜ ਸੀ ਤੇ ਨਾ ਹੀ ਕੋਈ ਇੱਦਾਂ ਦੀ ਦੁਕਾਨ ਸੀ ਜਿੱਥੋਂ ਕੁਝ ਖਰੀਦ ਕੇ ਖਾ ਸਕਦੇ ਸੀ। ਉਹਨਾਂ ਕੋਲ ਜੋ ਵੀ ਖਾਣ ਲਈ ਉਹਨਾਂ ਨੇ ਸਮਾਨ ਰੱਖਣਾ ਸੀ ਤਾਂ ਉਹਨਾਂ ਕੋਲ ਕੋਈ ਸਟੋਰੇਜ ਨਹੀਂ ਸੀ, ਇਸ ਕਰਕੇ ਉਹ ਇਸ ਤਰੀਕੇ ਦਾ ਹੀ ਸਮਾਨ ਰੱਖ ਸਕਦੇ ਸੀ ਜੋ ਕਿ ਖਰਾਬ ਨਾ ਹੋਵੇ, ਲੰਬੇ ਸਮੇਂ ਤੱਕ ਚੱਲ ਸਕੇ। ਤਾਂ ਉਸ ਵਕਤ ਇਹ ਰੈਸਪੀ ਕ੍ਰੀਏਟ ਕੀਤੀ ਗਈ ਸੀ ਤਾਂ ਕਿ ਇਸ ਨੂੰ ਲੰਬੇ ਸਮੇਂ ਤੱਕ ਉਹ ਆਪਣੇ ਨਾਲ ਰੱਖ ਸਕਣ ਤੇ ਜਦੋਂ ਭੁੱਖ ਲੱਗੇ ਤਾਂ ਉਹਨਾਂ ਨੂੰ ਖਾ ਸਕਣ। ਤੇ ਅੱਜ ਦੇ ਦਿਨ ਕੁਝ ਲੋਕ ਇਹਨਾਂ ਬਿਸਕਿਟਸ ਨੂੰ ਖਾ ਕੇ ਉਹਨਾਂ ਨੂੰ ਯਾਦ ਕਰਦੇ ਨੇ ਕਿ ਉਹਨਾਂ ਨੇ ਕਿਵੇਂ ਇੱਕ ਬਿਸਕਿਟ ਖਾ ਕੇ ਉਸ ਵਕਤ ਗੁਜ਼ਾਰਾ ਕੀਤਾ ਤੇ ਕਿਵੇਂ ਉਹਨਾਂ ਨੇ ਸਰਵਾਈਵ ਕੀਤਾ। ਇਸ ਕਰਕੇ ਇਹਨਾਂ ਦਾ ਬਿਸਕਿਟਸ ਦਾ ਨਾਮ ਵੀ ANZAC ਬਿਸਕਿਟਸ ਹੀ ਹੈ। ਜੇ ਤੁਸੀਂ ਕੋਈ ਹੋਰ ਚਿੰਨ੍ਹ ਵੀ ਦੇਖਣਾ ਹੈ ਤਾਂ ਉਹ ਹੈ ਰੈੱਡ ਪੋਪੀ ਫਲਾਵਰ ਤੇ ਰੋਜ਼ਮੈਰੀ ਫਲਾਵਰ। ਰੈੱਡ ਪੋਪੀ ਫਲਾਵਰ ਤੇ ਰੋਜ਼ਮੈਰੀ ਫਲਾਵਰ ਵਰਲਡ ਵਾਰ 1 ਦੇ ਸਭ ਤੋਂ ਬਰੂਟਲ ਲੋਕੇਸ਼ਨਸ ਦੇ ਉੱਤੇ ਪਾਏ ਜਾਂਦੇ ਸੀ, ਜਿਵੇਂ ਕਿ ਨਾਰਦਰਨ ਫਰਾਂਸ, ਬੈਲਜੀਅਮ। ਜਦੋਂ ਵੀ ਇਹਨਾਂ ਫਲਾਵਰਸ ਨੂੰ ਦੇਖਿਆ ਜਾਂਦਾ ਹੈ ਤਾਂ ਉਹਨਾਂ ਫੌਜੀਆਂ ਨੂੰ ਯਾਦ ਕੀਤਾ ਜਾਂਦਾ ਹੈ। ਇਹਨਾਂ ਫਲਾਵਰਸ ਨੂੰ ਜਦੋਂ ਜ਼ਮੀਨ ਦੇ ਉੱਤੇ ਸ਼ਰਧਾਂਜਲੀ ਵਜੋਂ ਭੇਟ ਕੀਤਾ ਜਾਂਦਾ ਹੈ ਤਾਂ ਇਹ ਮੰਨਿਆ ਜਾਂਦਾ ਹੈ ਕਿ ਰੋਜ਼ਮੈਰੀ ਫਲਾਵਰ ਤੇ ਰੈੱਡ ਫਲਾਵਰ ਇਹ ਉਸੇ ਤਰੀਕੇ ਨਾਲ ਜ਼ਮੀਨ 'ਤੇ ਰੱਖੇ ਗਏ ਆ ਜਿਸ ਤਰੀਕੇ ਨਾਲ ਫੌਜੀ ਲੜਦਾ ਸ਼ਹੀਦ ਹੋ ਕੇ ਜ਼ਮੀਨ 'ਤੇ ਡਿੱਗਦਾ ਹੈ। ਤਾਂ ਇਸੇ ਕਰਕੇ ਇਹਨਾਂ ਨੂੰ ਹਮੇਸ਼ਾ ਸ਼ਰਧਾਂਜਲੀ ਵਜੋਂ ਜ਼ਮੀਨ 'ਤੇ ਹੀ ਰੱਖਿਆ ਜਾਂਦਾ ਹੈ। ANZAC ਡੇ ਸਿਰਫ ਇਸ ਲਈ ਨਹੀਂ ਮਨਾਇਆ ਜਾਂਦਾ ਕਿ ਉਹ ਵਰਲਡ ਵਾਰ 1 ਦੇ ਫੌਜੀਆਂ ਦੀ ਸ਼ਹੀਦੀ ਨੂੰ ਯਾਦ ਕੀਤਾ ਜਾਵੇ, ਉਹ ਇਸ ਲਈ ਵੀ ਮਨਾਇਆ ਜਾਂਦਾ ਹੈ ਕਿ ਉਸ ਦਿਨ ਦਲੇਰੀ ਅਤੇ ਦੋਸਤੀ ਦੀ ਇੱਕ ਆਸਟ੍ਰੇਲੀਅਨ ਪਹਿਚਾਣ ਬਣੀ ਸੀ। ਉਹ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਗਈ ਸੀ ਜੋ ਅੱਜ ਵੀ ਮਹੱਤਵਪੂਰਨ ਹੈ। ANZAC ਡੇ ਸਿਰਫ ਫਸਟ ਵਰਲਡ ਵਾਰ 1 ਦੇ ਫੌਜੀਆਂ ਲਈ ਹੀ ਨਹੀਂ ਮਨਾਇਆ ਜਾਂਦਾ, ਉਸ ਤੋਂ ਬਾਅਦ ਜਿੰਨੀ ਵਾਰ ਵੀ ਆਸਟ੍ਰੇਲੀਆ ਦੇ ਉੱਤੇ ਕਦੇ ਕੋਈ ਪ੍ਰੋਬਲਮ ਆਈ ਹੈ ਤਾਂ ਉਸ ਵਕਤ ਜਿਹੜੇ ਵੀ ਫੌਜੀ ਸ਼ਹੀਦ ਹੋਏ ਆ ਉਹਨਾਂ ਦੀ ਯਾਦ ਦੇ ਵਿੱਚ ਵੀ ANZAC ਡੇ ਮਨਾਇਆ ਜਾਂਦਾ ਹੈ। ANZAC ਡੇ 'ਤੇ ਤੁਸੀਂ ਨਾਰਮਲੀ ਦੇਖਿਆ ਹੋਣਾ ਕਿ ਲੋਕ ਸੂਰਜ ਚੜ੍ਹਨ ਤੋਂ ਪਹਿਲਾਂ ਹੀ ANZAC ਦੀ ਪਰੇਡ ਦੇ ਵਿੱਚ ਪਹੁੰਚ ਜਾਂਦੇ ਨੇ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਦੇ ਲਈ। ਇਹ ਸੂਰਜ ਨਿਕਲਣ ਤੋਂ ਪਹਿਲਾਂ ਹੀ ਕਿਉਂ ਜਾਇਆ ਜਾਂਦਾ ਹੈ ਉਸ ਦੇ ਬਾਰੇ ਮੈਂ ਤੁਹਾਨੂੰ ਦੱਸਦਾ
ਕਿ ਐਨਜ਼ੈਕ ਆਰਮੀ ਜਦੋਂ ਗੋਲਪੁਲੀ ਦੇ ਇਲਾਕੇ ਦੇ ਵਿੱਚੋਂ ਕੱਢੀ ਗਈ ਸੀ ਤਾਂ ਉਸ ਵਕਤ ਜੋ ਉਹ ਕਿਨਾਰੇ ਤੇ ਪਹੁੰਚੇ ਸੀ ਤਾਂ ਉਸ ਵਕਤ ਦਾ ਸਮਾਂ ਜੋ ਸੂਰਜ ਨਿਕਲਣ ਤੋਂ ਪਹਿਲਾਂ ਦਾ ਹੀ ਸੀ। ਇਸ ਕਰਕੇ ਜਦੋਂ ਵੀ ਇਹ ਪਰੇਡ ਕੀਤੀ ਜਾਂਦੀ ਹੈ, ਚਾਹੇ ਕਿਸੇ ਕਲੱਬ ਦੇ ਵਿੱਚ ਹੋਵੇ ਜਾਂ ਸ਼ਹਿਰ ਦੇ ਵਿੱਚ ਹੋਵੇ, ਤਾਂ ਉਸ ਦਾ ਸਮਾਂ ਸੂਰਜ ਨਿਕਲਣ ਤੋਂ ਪਹਿਲਾਂ ਦਾ ਹੀ ਹੁੰਦਾ ਹੈ ਤੇ ਉਸੇ ਵਕਤ ਇਹਨਾਂ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਵਰਲਡ ਵਾਰ 1 ਦੇ ਵਿੱਚ 1.3 ਮਿਲੀਅਨ ਜਾਂ ਕਹਿ ਲਵੋ 13 ਲੱਖ ਇੰਡੀਅਨ ਫੌਜੀਆਂ ਨੇ ਭਾਗ ਲਿੱਤਾ, ਜਿਸ ਦੇ ਵਿੱਚ 70,000 ਫੌਜੀ ਸ਼ਹੀਦ ਹੋ ਗਏ। ਵਰਲਡ ਵਾਰ 1 ਦੇ ਵਿੱਚ ਇਹਨਾਂ 13 ਲੱਖ ਫੌਜੀਆਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੇ, ਬਹੁਤ ਸਾਰੇ ਬਹਾਦਰੀ ਦੇ ਕਿੱਸੇ ਨੇ। ਜਦੋਂ ਇਹ ਵਰਲਡ ਵਾਰ 1 ਦੇ ਵਿੱਚ ਆ ਕੇ ਸ਼ਾਮਿਲ ਹੋਏ ਤਾਂ ਇਹਨਾਂ ਨੇ ਬਹੁਤ ਚੀਜ਼ਾਂ ਬਦਲ ਦਿੱਤੀਆਂ। ਸਭ ਕੁਝ ਇੰਗਲੈਂਡ ਦੇ ਫੇਵਰ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ। ਇਹ ਇਦਾਂ ਦੀਆਂ ਕਹਾਣੀਆਂ ਨੂੰ ਪੜ੍ਹਨ ਲਈ ਤੁਹਾਨੂੰ ਥੋੜੀ ਜਿਹੀ ਕਿਤਾਬਾਂ ਪੜ੍ਹਨੀਆਂ ਪੈਣਗੀਆਂ, ਉਹਨਾਂ ਬਾਰੇ ਜਾਣਨਾ ਪਏਗਾ। ਮੈਂ ਉਹਨਾਂ ਕਿਤਾਬਾਂ ਨੂੰ ਵੀ ਤੁਹਾਨੂੰ ਰਿਕਮੈਂਡ ਕਰੂੰਗਾ ਤੇ ਥੋੜਾ ਜਿਹਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹੁਣ ਹੌਲੀ ਹੌਲੀ ਇਹਨਾਂ ਕਹਾਣੀਆਂ ਨੂੰ ਲੋਕਾਂ ਅੱਗੇ ਲਿਆਂਦਾ ਜਾ ਰਿਹਾ ਤੇ ਉਹਨਾਂ ਫੌਜੀਆਂ ਦਾ ਬਣਦਾ ਮਾਨ ਸਨਮਾਨ ਵੀ ਦਿਵਾਇਆ ਜਾ ਰਿਹਾ। ਜਿਵੇਂ ਕਿ ਫਸਟ ਇੰਡੀਅਨ ਫਾਈਟਰ ਪਾਇਲਟ ਹਰਦਿੱਤ ਸਿੰਘ ਮਲਿਕ ਦਾ ਸਟੈਚੂ ਲਗਵਾਇਆ ਗਿਆ ਇੰਗਲੈਂਡ ਦੇ ਸਾਊਥਹੈਂਪਟਨ ਦੇ ਵਿੱਚ। ਹਰਦਿੱਤ ਸਿੰਘ ਮਲਿਕ ਨੇ ਜਿਵੇਂ ਹੀ ਗ੍ਰੈਜੂਏਸ਼ਨ ਖਤਮ ਕੀਤੀ ਸੀ ਤਾਂ ਉਸ ਵਕਤ ਹੀ ਉਹਨਾਂ ਨੇ ਆਰਮੀ ਜੁਆਇਨ ਕਰ ਲਈ ਸੀ। ਹਰਦਿੱਤ ਸਿੰਘ ਮਲਿਕ ਉਸ ਵਕਤ ਪਗੜੀ ਪਾਉਂਦੇ ਸੀ। ਉਸ ਵਕਤ ਉਹਨਾਂ ਲਈ ਇੱਕ ਸਪੈਸ਼ਲ ਹੈਲਮਟ ਬਣਾਇਆ ਗਿਆ ਸੀ ਜੋ ਕਿ ਉਹ ਪਗੜੀ ਦੇ ਉੱਪਰ ਦੀ ਪਾ ਸਕਣ। ਉਹ ਇੱਕ ਪਾਇਲਟ ਸੀ, ਇਸ ਲਈ ਉਹਨਾਂ ਨੂੰ ਫਲਾਈਂਗ ਸਿੱਖ ਵੀ ਕਹਿ ਕੇ ਬੁਲਾਇਆ ਜਾਂਦਾ ਸੀ। ਸ਼ਰਬਨੀ ਬਾਸੂ ਦੀ ਫॉर ਕਿੰਗ ਐਂਡ ਅਨਦਰ ਕੰਟਰੀ ਇੰਡੀਅਨ ਸੋਲਜਰਸ ਔਨ ਵੈਸਟਰਨ ਫਰੰਟ ਬੁੱਕ ਦੇ ਵਿੱਚ ਦੱਸਿਆ ਹੈ ਕਿ ਕਿਵੇਂ ਇੰਗਲੈਂਡ ਵਰਲਡ ਵਾਰ 1 ਦੇ ਵਿੱਚ ਹਾਰਨ ਦੀ ਕਗਾਰ ਤੇ ਸੀ। ਉਸ ਨੂੰ ਮੈਨ ਪਾਵਰ ਦੀ ਜ਼ਰੂਰਤ ਸੀ ਤੇ ਉਹਨਾਂ ਨੇ ਆਪਣੀ ਕਲੋਨੀਜ਼ ਤੋਂ ਕਿਵੇਂ ਇੰਡੀਅਨਸ ਨੂੰ ਲੈ ਕੇ ਆਏ ਤੇ ਇੰਡੀਅਨ ਦੀ ਬਹਾਦਰੀ ਨਾਲ ਪਹਿਲੇ ਵਿਸ਼ਵ ਯੁੱਧ ਦੇ ਵਿੱਚ ਉਹਨਾਂ ਨੇ ਰੁਖ ਬਦਲ ਦਿੱਤਾ। ਹੋਰ ਵਧੇਰੇ ਜਾਣਕਾਰੀ ਲਈ ਤੁਸੀਂ ਇਸ ਕਿਤਾਬ ਨੂੰ ਜ਼ਰੂਰ ਪੜ੍ਹੋ। 2014 ਦੇ ਵਿੱਚ ਆਈ ਇੱਕ BBC ਦੀ ਡਾਕੂਮੈਂਟਰੀ ਹੈ ਜਿਸ ਦੇ 2 ਪਾਰਟ ਨੇ, 30-30 ਮਿੰਟ ਦੇ 2 ਪਾਰਟ ਨੇ ਤੇ ਇਹਨਾਂ 30-30 ਮਿੰਟ ਦੇ ਵਿੱਚ ਜੋ ਉਹਨਾਂ ਨੇ ਦਿਖਾਇਆ ਇੰਡੀਅਨ ਸੋਲਜਰਸ ਦੇ ਵਿੱਚ ਬਹੁਤ ਬਾਕਮਾਲ ਹੈ। ਉਸ ਰਾਹੀਂ ਵੀ ਤੁਹਾਨੂੰ ਪਤਾ ਲੱਗਦਾ ਹੈ ਕਿ ਇੰਡੀਅਨ ਸੋਲਜਰ ਦਾ ਕਿੱਡਾ ਵੱਡਾ ਯੋਗਦਾਨ ਸੀ ਵਰਲਡ ਵਾਰ 1 ਦੇ ਵਿੱਚ। BBC ਦੀ ਡਾਕੂਮੈਂਟਰੀ ਤੋਂ ਬਾਅਦ ਮੈਂ ਤੁਹਾਡੇ ਨਾਲ ਦੂਜੀ ਡਾਕੂਮੈਂਟਰੀ ਦਾ ਜ਼ਿਕਰ ਕਰਾਂ ਜਿਸ ਦਾ ਨਾਮ ਹੈ ਇੰਡੀਅਨ ਦਾ ਫੋਰਗੋਟਨ ਆਰਮੀ। ਇੰਡੀਅਨ ਦਾ ਫੋਰਗੋਟਨ ਆਰਮੀ ਤੁਹਾਨੂੰ ਡਿਸਕਵਰੀ ਪਲੱਸ ਚੈਨਲ ਦੇ ਉੱਤੇ ਮਿਲੇਗੀ, ਜਿਸ ਦੇ ਵਿੱਚ ਦੱਸਿਆ ਗਿਆ ਕਿ ਕਿੱਡਾ ਵੱਡਾ ਯੋਗਦਾਨ ਸੀ ਪੰਜਾਬੀ ਸਿੱਖਾਂ ਦਾ ਵਰਲਡ ਵਾਰ 1 ਦੇ ਵਿੱਚ। ਇਹ ਇੱਕ ਬੁੱਕ ਦੀ ਅਡੈਪਟੇਸ਼ਨ ਹੈ ਜੋ ਕਿ ਲਿਖੀ ਗਈ ਸੀਗੀ ਰਾਣਾ TS ਚੰਨਾ ਵੱਲੋਂ। ਜੇ ਤੁਸੀਂ ਇਹ ਡਾਕੂਮੈਂਟਰੀ ਨਹੀਂ ਦੇਖ ਪਾ ਰਹੇ ਹੋ ਜਾਂ ਇਹ ਕਿਤਾਬ ਨਹੀਂ ਪੜ੍ਹ ਪਾ ਰਹੇ ਹੋ ਤਾਂ ਤੁਹਾਨੂੰ ਇੱਕ ਮੂਵੀ ਦੇਖਣੀ ਚਾਹੀਦੀ ਹੈ ਜਿਸ ਦਾ ਨਾਮ ਹੈਗਾ ਸੱਜਣ ਸਿੰਘ ਰੰਗਰੂਟ। ਇਹ ਜਿਹੜੀ ਮੂਵੀ ਸੀਗੀ ਕਾਫੀ ਜ਼ਿਆਦਾ ਇੰਸਪਾਇਰ ਸੀਗੀ ਇਸੇ ਹੀ ਕਿਤਾਬ ਤੋਂ, ਇੰਡੀਅਨ ਦਾ ਫੋਰਗੋਟਨ ਆਰਮੀ ਤੋਂ। ਵਰਲਡ ਵਾਰ 1 ਦੇ ਬਾਰੇ ਜੇ ਤੁਸੀਂ ਕੁਝ ਜਾਣਨਾ ਚਾਹੁੰਦੇ ਹੋ ਤੇ ਤੁਸੀਂ ਪੜ੍ਹਨ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਅ ਲਿਟਲ ਵਰਕ ਅ ਲਿਟਲ ਪਲੇਸ ਵੀ ਪੜ੍ਹਨੀ ਚਾਹੀਦੀ ਹੈ, ਜਿਹੜੀ ਕਿ HS ਮਲਿਕ ਦੀ ਆਟੋਬਾਇਓਗ੍ਰਾਫੀ ਜਿਹੜੀ ਉਹਨਾਂ ਨੇ ਖੁਦ ਲਿਖੀ ਹੈ। 2009 ਦੇ ਵਿੱਚ ਆਈ ਇਹ ਕਿਤਾਬ ਬਹੁਤ ਖੂਬਸੂਰਤ ਤਰੀਕੇ ਨਾਲ ਵਰਲਡ ਵਾਰ 1 ਦੇ ਹਾਲਾਤਾਂ ਨੂੰ ਪੇਸ਼ ਕਰਦੀ ਹੈ। ਇਹ ਉਹਨਾਂ ਦੀ ਸਟਰਗਲ ਦੇ ਉੱਤੇ ਵੀ ਹੈ ਕਿ ਕਿਵੇਂ ਉਹ ਟਰਾਈ ਕਰਦੇ ਆ ਬਾਰ-ਬਾਰ ਫੌਜ ਦੇ ਵਿੱਚ ਜਾਣ ਲਈ ਤੇ ਉਹਨਾਂ ਨੂੰ ਰਿਜੈਕਸ਼ਨਸ ਮਿਲਦੀਆਂ ਨੇ, ਪਰ ਫਿਰ ਵੀ ਉਹ ਇੱਕ ਫਾਈਟਰ ਜੈਟ ਪਲੇਨ ਦੇ ਵਿੱਚ ਜਾ ਕੇ ਬੈਠਦੇ ਨੇ ਤੇ ਫਾਈਟਰ ਪਲੇਨ ਦੇ ਨਾਲ ਕਿਵੇਂ ਉਹਨਾਂ ਨੇ ਫਸਟ ਵਰਲਡ ਵਾਰ 1 ਦੇ ਵਿੱਚ ਮਤਲਬ ਲੜੇ ਨੇ, ਉਸ ਤੋਂ ਬਾਅਦ ਉਹਨਾਂ ਦੇ ਡਿਪਲੋਮੈਟਸ ਦੇ ਰੋਲ ਕੀ ਰਹੇ ਨੇ, ਇਹ ਸਾਰਾ ਕੁਝ ਤੁਹਾਨੂੰ ਇਸ ਕਿਤਾਬ ਦੇ ਵਿੱਚ ਮਿਲਦਾ ਹੈ। ਮੈਂ ਤੁਹਾਨੂੰ ਇੱਕ ਹੋਰ ਰਿਕੁਐਸਟ ਕਰਨਾ ਚਾਹੁੰਦਾ ਕਿ ਸਾਨੂੰ ਆਪਣੇ ਇੰਡੀਅਨ ਸੋਲਜਰਸ ਨੂੰ ਜ਼ਰੂਰ ਸ਼ਰਧਾਂਜਲੀ ਭੇਟ ਕਰਨੀ ਚਾਹੀਦੀ ਹੈ। ਗੋਲਪੁਲੀ ਦੇ ਇਲਾਕੇ ਦੇ ਵਿੱਚ 10,000 ਫੌਜੀ ਸ਼ਹੀਦ ਹੋਏ ਸੀ ਜਿਨ੍ਹਾਂ ਨੂੰ ਅੱਜ 100 ਸਾਲ ਤੋਂ ਬਾਅਦ ਵੀ ਉਸੇ ਤਰੀਕੇ ਦੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਜੋ 100 ਸਾਲ ਪਹਿਲਾਂ ਦਿੱਤੀ ਗਈ ਸੀਗੀ। ਉਹਨਾਂ ਦਾ ਮਾਨ ਸਨਮਾਨ ਉਸੇ ਤਰੀਕੇ ਨਾਲ ਕੀਤਾ ਜਾਂਦਾ ਹੈ। ਪਰ 70,000 ਤੋਂ ਵੱਧ ਫੌਜੀ ਸ਼ਹੀਦ ਹੋਏ ਵਰਲਡ ਵਾਰ 1 ਦੇ ਵਿੱਚ ਤੇ ਉਹਨਾਂ ਦਾ ਬਣਦਾ ਮਾਨ ਸਨਮਾਨ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੂੰ ਦਿੱਤਾ ਗਿਆ। ਉਹਨਾਂ ਦੀਆਂ ਬਹੁਤ ਸਾਰੀਆਂ ਕਹਾਣੀਆਂ ਨੇ, ਉਹਨਾਂ ਦੇ ਬਹਾਦਰੀ ਦੇ ਬਹੁਤ ਸਾਰੇ ਕਿੱਸੇ ਨੇ ਜਿਨ੍ਹਾਂ ਨੂੰ ਭੁਲਾ ਦਿੱਤਾ ਗਿਆ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਜ਼ਰੂਰ ਯਾਦ ਕਰੀਏ, ਉਹਨਾਂ ਨੂੰ ਸ਼ਰਧਾਂਜਲੀ ਜ਼ਰੂਰ ਭੇਟ ਕਰੀਏ ਤੇ ਉਹਨਾਂ ਦੀਆਂ ਕਹਾਣੀਆਂ ਨੂੰ ਵੀ ਜਾਣੀਏ। ਜੇ ਤੁਸੀਂ ਮੂਵੀ ਵੀ ਦੇਖੋਗੇ ਸੱਜਣ ਸਿੰਘ ਰੰਗਰੂਟ ਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਸਿੱਖ ਸੋਲਜਰਸ ਉਸ ਵਕਤ ਕਿਹੜੇ ਹਾਲਾਤਾਂ ਦੇ ਵਿੱਚ ਰਹੇ ਤੇ ਕਿਵੇਂ ਉਹਨਾਂ ਨੇ ਵਰਲਡ ਵਾਰ 1 ਲੜੀ ਤੇ ਉਸ ਤੋਂ ਬਾਅਦ ਸ਼ਹੀਦ ਹੋਏ। ਬਹੁਤ ਸਾਰੇ ਇਦਾਂ ਦੇ ਕਿੱਸੇ ਕਹਾਣੀਆਂ ਨੇ। ਮੇਰੀ ਤੁਹਾਡੇ ਤੱਕ ਇਹੀ ਰਿਕੁਐਸਟ ਹੈ ਕਿ ਇਹਨਾਂ ਕਹਾਣੀਆਂ ਨੂੰ ਜ਼ਰੂਰ ਜਾਣੋ ਤੇ ਉਹਨਾਂ ਨੂੰ ਸ਼ਰਧਾਂਜਲੀ ਜ਼ਰੂਰ ਭੇਟ ਕਰੋ। ਮਿਲਦੇ ਹਾਂ ਅਗਲੀ ਵਾਰ ਇੱਕ ਨਵੀਂ ਜਾਣਕਾਰੀ ਦੇ ਨਾਲ। ਤੁਸੀਂ ਦੇਖ ਰਹੇ ਹੋ ਇੰਡੋਜ਼ TV।